स्वागत है ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਮੇਰਾ ਨਾਂ ਨੇਹਾ ਹੈ। ਮੈਂ ਰੋਜ਼ਾਨਾ ਵਾਂਗ ਬੱਚਿਆਂ ਨੂੰ ਪੜ੍ਹਾ ਰਹੀ ਸੀ ਤੇ ਮੇਰੇ ਫੋਨ ਦੀ ਘੰਟੀ ਵੱਜੀ। ਮੈਂ ਫੋਨ ਕੱਢ ਕੇ ਕੰਨ ਤੇ ਲਾ ਲਿਆ ਤੇ ਨਾਲ ਹੀ ਬਲੈਕ ਬੋਰਡ ਤੇ ਲਿਖਦੀ ਰਹੀ। ਮੇਰੀ ਭੈਣ ਦਾ ਫੋਨ ਸੀ ਜਿਸ ਨੇ ਮੈਨੂੰ ਦੱਸਿਆ ਕਿ ਘਰ 'ਚ ਮੇਰੇ ਸਹੁਰੇ ਆਏ ਹੋਏ ਹਨ। ਉਸਨੇ ਕਿਹਾ ਕਿ ਮੈਂ ਜਲਦੀ ਘਰ ਆ ਜਾਵਾਂ। मैं छेती अपना काम निपटाउन लगी, पर इसके बावजूद मैनू अद्धी छुट्टी लेंदे हुए अद्धा घंटा लग गया। सड़क ते पहुंचते ही मैं रिक्शा कीता ते घर दा पता दस के चलन नू कहा ते खुद अपने मंगेतर नू फोन करन लगी। पर हर वार वांग इस वार भी मैनू मायूसी हुई। पता नहीं मेरा मंगेतर अजिहा क्यों करदा सी। ਉਹ ਸੱਚ ਹੀ ਕਿਤੇ ਬਿਜ਼ੀ ਹੋ ਜਾਂਦਾ ਸੀ ਜਾਂ ਜਾਣਬੁੱਝ ਕੇ ਮੇਰੀ ਕਾਲ ਨਹੀਂ ਚੁੱਕਦਾ ਸੀ। ਇਸ ਗੱਲ ਦਾ ਫੈਸਲਾ ਮੈਂ ਅੱਜ ਤੱਕ ਨਹੀਂ ਕਰ ਸਕੀ ਸੀ। 3-4 ਵਾਰ ਟਰਾਈ ਕਰਨ ਤੋਂ ਬਾਅਦ ਮੈਂ ਫੋਨ ਬੰਦ ਕਰਕੇ ਵਾਪਸ ਪਰਸ 'ਚ ਪਾ ਲਿਆ। ਕੁਝ ਹੀ ਦੇਰ ਬਾਅਦ ਮੈਂ ਆਪਣੇ ਘਰ ਪਹੁੰਚ ਚੁੱਕੀ ਸੀ। ਮੈਂ ਬਹੁਤ ਖੁਸ਼ੀ ਡਰਾਇੰਗ ਰੂਮ 'ਚ ਗਈ, ਪਰ ਅਗਲੇ ਹੀ ਪਲ ਮੇਰੀ ਸਾਰੀ ਖੁਸ਼ੀ ਉੱਡ ਗਈ ਸੀ। ਹੁਣ ਖੁਸ਼ੀ ਦੀ ਥਾਂ ਮਾਯੂਸੀ ਨੇ ਲੈ ਲਈ ਸੀ। ਜ਼ਬਰਦਸਤੀ ਮੁਸਕਰਾਉਂਦੇ ਹੋਏ ਤੇ ਸਲਾਮ ਕਹਿੰਦੇ ਹੋਏ ਅੰਦਰ ਗਈ ਤੇ ਫੇਕ ਮੁਸਕਰਾਹਟ ਨਾਲ ਜਾ ਕੇ ਆਪਣੀ ਸੱਸ ਕੋਲ ਬੈਠ ਗਈ। ਮੇਰਾ ਮੰਗੇਤਰ ਅੱਜ ਵੀ ਨਹੀਂ ਆਇਆ ਸੀ। ਪਤਾ ਨਹੀਂ ਉਸਨੂੰ ਤੰਗ ਕਰਕੇ ਕੀ ਮਿਲਦਾ ਸੀ। ਉਸਦਾ ਇਹ ਬਿਨਾਂ ਵਜ੍ਹਾ ਦਾ ਐਟੀਟਿਊਡ ਮੇਰੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਨਾ ਤਾਂ ਕਦੇ ਫੋਨ ਤੇ ਗੱਲ ਕਰਦਾ ਸੀ ਤੇ ਨਾ ਹੀ ਕਦੇ ਮਿਲਣ ਆਉਂਦਾ ਸੀ। ਇੱਕ ਪਾਸੇ ਉਸਦੀ ਮਾਂ ਤੇ ਭੈਣਾਂ ਕਹਿੰਦੀਆਂ ਸਨ ਕਿ ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਹੈ, ਪਰ ਮੈਨੂੰ ਤਾਂ ਅੱਜ ਤੱਕ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਈ ਸੀ ਕਿ ਜਿਸ ਨਾਲ ਮੈਂ ਮੰਨ ਲੈਂਦੀ ਕਿ ਉਹ ਮੇਰੇ ਨਾਲ ਪਿਆਰ ਕਰਦਾ ਹੈ। ਮੇਰੇ ਸਹੁਰੇ ਮੇਰੀ ਮਾਂ ਤੋਂ ਮੇਰੇ ਵਿਆਹ ਦੀ ਤਾਰੀਖ ਲੈਣ ਆਏ ਸਨ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਸੀ। ਮੈਂ ਵੀ ਹੁਣ ਵਿਆਹ ਕਰਕੇ ਛੇਤੀ ਤੋਂ ਛੇਤੀ ਆਪਣੇ ਘਰ ਜਾਣਾ ਚਾਹੁੰਦੀ ਸੀ, ਪਰ ਮਾਂ ਦੇ ਜਵਾਬ ਨੇ ਮੇਰੇ ਸਾਰੇ ਅਰਮਾਨਾਂ ਤੇ ਪਾਣੀ ਫੇਰ ਦਿੱਤਾ ਸੀ। ਮਾਂ ਨੇ ਉਹਨਾਂ ਨੂੰ ਕਿਹਾ ਕਿ ਅਜੇ ਸਾਡੀਆਂ ਵਿਆਹ ਦੀਆਂ ਤਿਆਰੀਆਂ ਮੁਕੰਮਲ ਨਹੀਂ ਹਨ, ਇਸ ਲਈ ਅਜੇ ਕੋਈ ਤਾਰੀਖ ਨਹੀਂ ਦੇ ਸਕਦੀ। ਜਿਵੇਂ ਹੀ ਤਿਆਰੀਆਂ ਪੂਰੀਆਂ ਹੋਣਗੀਆਂ ਤੁਹਾਨੂੰ ਦੱਸ ਦਿਆਂਗੇ। ਘਰ 'ਚ ਕੋਈ ਮਰਦ ਨਾ ਹੋਣ ਕਰਕੇ ਮੇਰੀ ਸੱਸ ਮੰਨ ਗਈ, ਕਿਉਂਕਿ ਸਾਰੀਆਂ ਤਿਆਰੀਆਂ ਅਸੀਂ ਇਕੱਲਿਆਂ ਨੇ ਹੀ ਕਰਨੀਆਂ ਸਨ। ਮੇਰੇ ਸਹੁਰਿਆਂ ਦੇ ਜਾਂਦੇ ਹੀ ਮਾਂ ਨੇ ਮੇਰੇ ਸਾਹਮਣੇ ਹੱਥ ਜੋੜ ਲਏ ਤੇ ਕਹਿਣ ਲੱਗੀ ਕਿ ਮੈਨੂੰ ਮਾਫ ਕਰ ਦੇ, ਪਰ ਮੈਂ ਮਜਬੂਰ ਹਾਂ। ਤੇਰੇ ਬਿਨਾਂ ਹੋਰ ਕੋਈ ਨਹੀਂ ਕਮਾਉਣ ਵਾਲਾ। ਜੇਕਰ ਤੇਰਾ ਵੀ ਵਿਆਹ ਛੇਤੀ ਕਰ ਦਿਆਂਗੀ ਤਾਂ ਘਰ ਕੌਣ ਚਲਾਵੇਗਾ? ਕਿਰਪਾ ਕਰਕੇ ਮੇਰੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰ। ਮੈਂ ਮਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਗਲੇ ਲੱਗ ਗਈ। ਠੀਕ ਹੀ ਤਾਂ ਆਖ ਰਹੀ ਸੀ ਕਿ ਜੇਕਰ 1 ਸਾਲ ਹੋਰ ਇੰਤਜ਼ਾਰ ਕਰ ਲੈਂਦੇ ਤਾਂ ਮੇਰੀ ਭੈਣ ਦੀ BA ਹੋ ਜਾਣੀ ਸੀ। ਉਸ ਤੋਂ ਬਾਅਦ ਮੈਂ ਉਸਨੂੰ ਆਪਣੇ ਨਾਲ ਹੀ ਟੀਚਰ ਦੀ ਨੌਕਰੀ ਤੇ ਲਗਵਾ ਲੈਂਦੀ। ਮੈਂ ਵੀ 4 ਸਾਲ ਤੋਂ ਇਸ ਸਕੂਲ 'ਚ ਨੌਕਰੀ ਕਰ ਰਹੀ ਸੀ। ਖੈਰ ਮੈਂ ਮਾਂ ਨੂੰ ਤਸੱਲੀ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਮਾਂ, ਮੈਂ ਇੰਤਜ਼ਾਰ ਕਰ ਲਵਾਂਗੀ। ਤੇ ਉਂਝ ਵੀ ਕਿਹੜਾ ਮੇਰੀ ਉਮਰ ਨਿਕਲ ਰਹੀ ਸੀ, ਅਜੇ ਸਿਰਫ 22 ਸਾਲ ਦੀ ਤਾਂ ਹੋਈ ਹਾਂ। 1 ਸਾਲ ਉਡੀਕ ਕਰਨ ਨਾਲ ਭਲਾ ਮੈਂ ਕਿਹੜਾ ਬੁੱਢੀ ਹੋ ਜਾਂਦੀ। ਭਾਂਡੇ ਮਾਂਜਣ ਤੋਂ ਬਾਅਦ ਮੈਂ ਕਮਰੇ 'ਚ ਆ ਗਈ। ਜਿਵੇਂ ਹੀ ਦਰਵਾਜ਼ਾ ਖੋਲ ਕੇ ਅੰਦਰ ਗਈ ਤਾਂ ਮੇਰੀ ਭੈਣ ਇੱਕਦਮ ਡਰ ਕੇ ਉਛਲੀ। ਮੈਂ ਹੈਰਾਨੀ ਨਾਲ ਉਸਨੂੰ ਦੇਖਿਆ, ਜਿਸ ਨੂੰ ਅੱਜ-ਕੱਲ ਬਹੁਤ ਜ਼ਿਆਦਾ ਦੌਰੇ ਪੈ ਰਹੇ ਸਨ। ਮੈਂ ਪਿਛਲੇ ਕਈ ਦਿਨਾਂ ਤੋਂ ਉਸਦਾ ਵਿਵਹਾਰ ਨੋਟ ਕਰ ਰਹੀ ਸੀ ਤੇ ਉਸਦੇ ਇੰਜ ਡਰਨ ਦਾ ਕਾਰਨ ਜਾਣਨਾ ਚਾਹੁੰਦੀ ਸੀ। ਮੈਂ ਉਸ ਤੋਂ ਪੁੱਛਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਕਿ ਮੈਂ ਡਰਾਉਣੀ ਕਹਾਣੀ ਪੜ੍ਹ ਰਹੀ ਸੀ, ਇਸ ਲਈ ਡਰ ਗਈ। ਮੈਂ ਲਗਾਤਾਰ ਉਸਦੀਆਂ ਅੱਖਾਂ 'ਚ ਦੇਖ ਰਹੀ ਸੀ, ਜਿਸ ਹਕਲਾਉਂਦੇ ਹੋਏ ਉਸਨੇ ਜਵਾਬ ਦਿੱਤਾ ਸੀ। ਉਸ ਦੀਆਂ ਅੱਖਾਂ ਤੇ ਉਸਦੀ ਜ਼ੁਬਾਨ ਉਸਦਾ ਬਿਲਕੁਲ ਸਾਥ ਨਹੀਂ ਦੇ ਰਹੀਆਂ ਸਨ। ਜ਼ਰੂਰ ਉਹ ਮੇਰੇ ਤੋਂ ਕੁਝ ਲੁਕਾ ਰਹੀ ਸੀ। ਇੱਕ ਦਿਨ ਸਕੂਲ 'ਚ ਬੱਚਿਆਂ ਦੀ ਕਾਪੀ ਚੈੱਕ ਕਰ ਰਹੀ ਸੀ। ਅਸੀਂ ਸਕੂਲ ਜਾਣ ਤੋਂ ਪਹਿਲਾਂ ਆਪਣੇ ਫੋਨ ਸਾਇਲੈਂਟ ਕਰ ਦਿੰਦੇ ਸੀ। 2-3 ਘੰਟੇ ਬਾਅਦ ਕਾਪੀ ਚੈੱਕ ਕਰਨ ਤੋਂ ਬਾਅਦ ਜਦੋਂ ਸਟਾਫ ਰੂਮ ਤੋਂ ਬਾਹਰ ਆਈ ਤਾਂ ਰਿਸੈਪਸ਼ਨਿਸਟ ਨੇ ਦੱਸਿਆ ਕਿ ਤੁਹਾਡੀ ਮਾਤਾ ਜੀ ਦਾ 2-3 ਵਾਰ ਫੋਨ ਆਇਆ ਸੀ ਤੇ ਤੁਹਾਡੀ ਮਾਤਾ ਤੁਹਾਡੀ ਭੈਣ ਨੂੰ ਲੈ ਕੇ ਇੱਥੇ ਆਈ ਵੀ ਸੀ ਤੇ ਉਹ ਬਹੁਤ ਰੋ ਰਹੀ ਸੀ, ਪਰ ਤੁਸੀਂ ਡਿਸਟਰਬ ਕਰਨ ਤੋਂ ਮਨਾ ਕੀਤਾ ਸੀ, ਇਸ ਲਈ ਦੱਸਿਆ ਨਹੀਂ। ਉਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਮਾਂ ਨੂੰ ਕੀ ਹੋਇਆ ਸੀ। ਮੈਂ ਤੁਰੰਤ ਆਪਣੇ ਬੈਗ 'ਚੋਂ ਫੋਨ ਕੱਢ ਕੇ ਦੇਖਿਆ ਤਾਂ ਮਾਂ ਦੀਆਂ ਬਹੁਤ ਸਾਰੀਆਂ ਕਾਲ ਆਈਆਂ ਹੋਈਆਂ ਸਨ। ਮੈਂ ਤੁਰੰਤ ਮਾਂ ਨੂੰ ਫੋਨ ਕੀਤਾ ਤਾਂ ਉਹਨਾਂ ਪਹਿਲੀ ਬੈਲ ਤੇ ਹੀ ਉਠਾ ਲਿਆ। ਮਾਂ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਉਹਨਾਂ
तुरंत घर आउण लई कहा। मैं प्रिंसीपल नाल छुट्टी दी गल कीती तां उन्हां मना कर दिता क्योंकि बच्चों दे पेपर चलण वाले सन। जिवें ही छुट्टी हुई मैं बिना देर कीते सीधी घर पहुंची जिथे मेरी भैन दे कमरे च उसदे चीखण दी आवाज आ रही सी। मेरा दिल कम गया। मैं तुरंत उसदे कमरे च गई तां सामने दा दृश्य देखते ही मेरे पैरां हेठों जमीन निकल गई। मेरे सामने ही मेरी मां भैन नूं बहुत ज्यादा मार रही सी। मैं जाके भैन नूं छुड़ाया ते पुछया कि ये सब की है तां मां कहन लगी कि इस तो पुछ, इन्नी क उम्र च ये मुंह काला करके आई है, किते मुंह दिखाउण जोगा नहीं छड्डिया। मैं लोकां नूं की जवाब देंगी। मां दीयां गल्लां सुन के जिवें मेरे सिर ते आसमान टुट गया होवे। मैं अपनी भैन वाल देख रही सी जो वार-वार रोंदे हुए ना सिर हिला रही सी ते आख रही सी कि मैं बुरी नहीं हाँ, मैं पवित्र हाँ। मां दा रो रो के बुरा हाल हो गया सी। मेरी भैन दी हालत भी बहुत खराब सी। मैं तां हैरानी नाल अपनी भैन नूं देखी जा रही सी। मैनू अपने कन्नां ते विश्वास नहीं हो रहा सी कि जो कुछ मैं सुनिया है कि वो सच है या फिर मेरे कन्नां दा धोखा। पर ये सच्चाई सी जो साडी जिंदगी च तूफान लेके आने वाली सी, पता नहीं सी। मेरा नाम नेहा है ते मेरी उम्र 26 साल है। मैं यूपी के एक छोटे जे शहर च रहिंदी हाँ। पिछले 4 सालों तो मैं इकल्ली रह रही हाँ। कदे मेरा भी परिवार सी जिसते मैं जान छिड़कदी सी, पर मेरी एक लापरवाही करके मैं अपने परिवार नूं गवा चुकी सी। कदे कदे हालात अजिहे हो जाते हैं जो तुहाडे वस च नहीं हुंदे। जेकर तुसी कोई चीज सही भी करना चाहते हो तां ਉਹ ਤੁਹਾਡੇ ਤੋਂ ਗਲਤ ਹੀ ਹੋ ਜਾਂਦੀ ਹੈ। ਅਜਿਹੇ 'ਚ ਹਾਲਾਤ ਤੁਹਾਡੇ ਖਿਲਾਫ ਹੀ ਹੁੰਦੇ ਹਨ ਤੇ ਅਜਿਹੇ 'ਚ ਆਪਣਿਆਂ ਦੀ ਬਹੁਤ ਲੋੜ ਹੁੰਦੀ ਹੈ। ਪਰ ਅਜਿਹੀ ਹਾਲਤ 'ਚ ਜਦੋਂ ਆਪਣੇ ਹੀ ਸਾਥ ਛੱਡ ਜਾਣ ਤਾਂ ਫਿਰ ਕੋਈ ਵੀ ਗਿਲਾ नहीं ਕੀਤਾ जा सकता। मेरी कहानी भी कुछ अजिही ही है। मैं 4 साल दी सी जदों मेरे माता पिता वख हो गए। मां किसी होर नूं पसंद करदी सी पर नाना जी ने जबरदस्ती उन्हां दा विआह मेरे पिता नाल करवा दिता सी। सारियां दा ख्याल सी कि मां विआह तो बाद सब कुछ भुल जावेगी, पर मां कुछ भी नहीं भुली सी। सगों चोरी छिपे उन्हां दा संबंध उन्हां नाल बरकरार रहा। मेरे पैदा होण दा भी मां ते कोई ज्यादा असर नहीं होया। ਉਹ ਮੇਰੀ ਦੇਖਭਾਲ ਨਹੀਂ ਕਰਦੀ ਸੀ, ਬਸ ਮੈਨੂੰ ਇੱਕ ਜਗ੍ਹਾ ਛੱਡ ਕੇ ਇੱਧਰ ਉੱਧਰ ਲੱਗੀ ਰਹਿੰਦੀ ਸੀ। ਉਹਨਾਂ ਨੂੰ ਮੇਰੇ ਰੋਣ ਜਾਂ ਹੱਸਣ ਦੀ ਕੋਈ ਪਰਵਾਹ ਨਹੀਂ ਸੀ। ਉਹ ਤਾਂ ਸ਼ੁਕਰ ਸੀ ਕਿ ਮੇਰੀ ਚਾਚੀ ਇਸ ਘਰ 'ਚ ਸੀ ਜੋ ਮੈਨੂੰ 1 ਮਿੰਟ ਲਈ ਵੀ ਰੋਂਦਾ ਬਰਦਾਸ਼ਤ ਨਹੀਂ ਕਰ ਸਕਦੀ ਸੀ ਤੇ ਮੈਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦੀ, ਇੱਕ ਮਾਂ ਵਾਂਗ ਮੇਰਾ ਖਿਆਲ ਰੱਖਦੀ। ਪਿਤਾ ਜੀ ਮਾਂ ਦੀਆਂ ਸਾਰੀਆਂ ਹਰਕਤਾਂ ਨੂੰ ਜਾਣਦੇ ਸਨ। ਉਹਨਾਂ ਕਈ ਵਾਰ मां नूं समझाउण दी कोशिश की पर मां ने पिताजी नाल रहना ही नहीं चाहया। बस मौका लभ रही सी ते एक दिन उन्हां नूं मौका मिल गया। उसे रात पिताजी किसी जरूरी काम करके थोड़ी देर नाल घर आए। तद मां पिताजी दे सामने खड़ी हो गई ते उच्ची उच्ची पिताजी दे इल्जाम लाउण लगी। पिताजी ने खुद ते काबू किया पर शायद हुण समा खत्म हो चुका सी ते पिताजी दी बर्दाश्त दी हद हुण जवाब दे गई सी। तद पिताजी ने खड़े खड़े ही मां नूं तलाक देण दा फैसला कर लिया सी। मां तां जिवें पहलां तो ही तैयार खड़ी सी। उन्हां ने अपना समान पैक किया, उठाया ते एकदम घरों चली गई। उन्हां दे इस फैसले नाल ओह दोवें तां बहुत सुकून च आ गए, पर ओह नहीं जानदे सन कि उन्हां दा एक फैसला मेरी जिंदगी ते कितना बुरा असर पावेगा। मेरी सारी जिम्मेवारी चाची ते आ गई सी, जिस करके चाची दी अपनी जिंदगी डिस्टर्ब हो रही सी। 3 साल बाद पिताजी ने एक तलाकशुदा औरत नाल दूजा विआह कर लिया। शुरू च उन्हां कोल जाण तो मैनू बहुत डर लगता सी क्योंकि मैं स्कूल च जो मतरेई मां बारे सुनिया सी वो सब कुछ चंगा नहीं सी, पर वो औरत बहुत समझदार ते सुलझी हुई सी। कुछ ही दिनों च उसने मेरे दिल च अपनी थां बना लई सी ते मैं उसनू मां बुलाउण लगी सी। मेरी ते मां दी चंगी बनदी सी। चाचा जी हुण शहरों बाहर रहिंदे सन ते उन्हां ने चाची ते बच्चिਆਂ ਨੂੰ भी अपने कोल बुला लिया सी। हुण घर सिर्फ मैं, मां ते पिताजी रहिंदे सन। अगले साल ही मेरी छोटी भैन हुई सी। उस दे आउण नाल जिवें साडी जिंदगी पूरी जी हो गई सी। सब कुछ चंगा लग रहा सी। एक दिन साडी जिंदगी तूफान आया जो साडा सब कुछ वहा के ले गया। उस समय मेरी छोटी भैन सिर्फ 2 साल दी सी ते मैं 10 साल दी। जदों पिताजी नूं दिल दा दौरा पिया ते मौके ते ही उन्हां दी मौत हो गई।
ਸਾਰੇ ਮੇਰੀ ਮਾਂ ਨੂੰ ਮਨਹੂਸ ਤੇ ਬੁਰੇ ਕਰਮਾਂ ਵਾਲੀ ਕਹਿ ਰਹੇ ਸਨ, ਜੋ ਪਹਿਲਾਂ ਆਪਣਾ ਪਹਿਲਾ ਵਿਆਹ ਨਾ ਨਿਭਾ ਸਕੀ ਤੇ ਹੁਣ ਦੂਜੇ ਵਿਆਹ 'ਚ ਆਪਣੇ ਪਤੀ ਨੂੰ ਹੀ ਖਾ ਗਈ। ਹੁਣ ਲੋਕਾਂ ਨੇ ਜਿਉਣਾ ਮੁਸ਼ਕਿਲ ਕਰ ਦਿੱਤਾ ਸੀ। ਉੱਪਰੋਂ ਚਾਚਾ ਜੀ ਨਾਲ ਵੀ ਕੋਈ ਗੱਲ ਨਹੀਂ ਹੋ ਰਹੀ ਸੀ। ਆਖਰ ਮਜਬੂਰਨ ਮਾਂ ਨੂੰ ਉਹ ਘਰ ਵੇਚਣਾ ਪਿਆ ਤੇ ਅਸੀਂ ਉੱਥੋਂ ਇੱਕ ਪਿੰਡ ਚਲੇ ਗਏ। ਘਰ ਤੇ ਪੈਸਿਆਂ ਨਾਲ ਮਾਂ ਨੇ ਛੋਟਾ ਜਿਹਾ ਮਕਾਨ ਖਰੀਦ ਲਿਆ ਸੀ ਤੇ ਬਾਕੀ ਪੈਸੇ ਬੈਂਕ ਖਾਤੇ 'ਚ ਸੇਵਿੰਗ ਦੇ ਤੌਰ ਤੇ ਰੱਖ ਲਏ ਸਨ। ਮੇਰਾ ਦਾਖਲਾ ਇੱਥੇ ਇੱਕ ਸਕੂਲ 'ਚ ਕਰਵਾ ਦਿੱਤਾ। ਸੇਵਿੰਗ ਨਾਲ ਸਾਡਾ ਚੰਗਾ ਗੁਜ਼ਾਰਾ ਹੋ ਰਿਹਾ ਸੀ ਤੇ ਇਹਨਾਂ ਪੈਸਿਆਂ ਨਾਲ ਸਿਰਫ 9 ਸਾਲ ਹੀ ਲੰਘੇ ਸਨ। ਮਾਂ ਨੂੰ ਸ਼ਾਇਦ ਅੰਦਾਜ਼ਾ ਸੀ ਕਿ ਇਹ ਪੈਸੇ ਓਨੇ ਹੀ ਚੱਲ ਸਕਣਗੇ, ਤਦ ਹੀ ਉਹ ਨਾਲ-ਨਾਲ ਲੋਕਾਂ ਦੇ ਕੱਪੜੇ ਤੇ ਕਢਾਈ ਕਰਨ ਲੱਗੀ ਸੀ। ਪਰ ਕਢਾਈ ਦੇ ਪੈਸਿਆਂ ਨਾਲ ਕਿੱਥੇ ਘਰ ਚੱਲਦੇ ਹਨ। ਮੈਂ ਮਾਂ ਨੂੰ ਇੰਜ ਮਜਬੂਰ ਦੇਖਦੀ ਤਾਂ ਮੈਨੂੰ ਬਹੁਤ ਬੁਰਾ ਲੱਗਦਾ। ਮੈਂ ਅੰਗਰੇਜ਼ੀ 'ਚ BA ਕੀਤੀ ਤੇ ਸਕੂਲ 'ਚ ਨੌਕਰੀ ਕੀਤੀ। ਮੈਂ ਅਧਿਆਪਕਾ ਦੀ ਨੌਕਰੀ ਕਰਨ ਲੱਗੀ। ਇਸ ਨਾਲ ਅੱਗੇ ਦੀ ਪੜ੍ਹਾਈ ਮੇਰੇ ਵੱਸੋਂ ਬਾਹਰ ਸੀ, ਇਸ ਲਈ ਮੈਂ ਪੜ੍ਹਾਈ ਛੱਡ ਦਿੱਤੀ। ਜਦੋਂ ਕਿ ਆਪਣੀ ਛੋਟੀ ਭੈਣ ਹੀਨਾ ਨੂੰ ਦਾਖਲਾ ਇੱਕ ਪ੍ਰਾਈਵੇਟ ਸਕੂਲ 'ਚ ਕਰਵਾਇਆ ਸੀ। ਮੇਰੀ ਕੋਸ਼ਿਸ਼ ਸੀ ਕਿ ਜਿਵੇਂ ਮੇਰੀ ਮਾਂ ਨੇ ਮੈਨੂੰ ਸਕੀ ਮਾਂ ਤੋਂ ਵੱਧ ਕੇ ਪਿਆਰ ਦਿੱਤਾ ਹੈ, ਤਾਂ ਹੁਣ ਮੇਰਾ ਇਹ ਫਰਜ਼ ਸੀ ਕਿ ਮੈਂ ਹੀਨਾ ਨੂੰ ਚੰਗੀ ਪੜ੍ਹਾਈ ਕਰਵਾਉਂਦੀ ਤੇ ਉਸ ਨੂੰ ਇੱਕ ਚੰਗੇ ਮੁਕਾਮ ਤੱਕ ਪਹੁੰਚਾਉਂਦੀ। ਉਹਨਾਂ ਨੇ ਮੈਨੂੰ ਨੌਕਰੀ ਕਰਨ ਤੋਂ ਬਹੁਤ ਰੋਕਿਆ, ਪਰ 20,000 ਰੁਪਏ ਮਹੀਨਾ ਤਨਖਾਹ ਸੀ। ਜੇਕਰ ਮੈਂ ਉਸ ਸਮੇਂ ਮਾਂ ਦੀਆਂ ਗੱਲਾਂ 'ਚ ਆ ਕੇ ਨੌਕਰੀ ਛੱਡ ਦਿੰਦੀ ਤਾਂ ਇੰਨੀ ਚੰਗੀ ਨੌਕਰੀ ਮੈਨੂੰ ਕਿੱਥੇ ਮਿਲਣ ਵਾਲੀ ਸੀ। ਫਿਰ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਜਦੋਂ ਮੈਂ 21 ਸਾਲਾਂ ਦੀ ਹੋਈ ਤਾਂ ਮੇਰਾ ਰਿਸ਼ਤਾ ਆਇਆ। ਛੋਟਾ ਜਿਹਾ ਖਾਨਦਾਨ ਸੀ। ਇੱਕ ਭੈਣ ਦਾ ਇਕਲੌਤਾ ਭਰਾ ਸੀ। ਭੈਣ ਦਾ ਵਿਆਹ ਹੋ ਗਿਆ ਸੀ ਤੇ ਹੁਣ ਘਰ 'ਚ ਉਸਦੀ ਮਾਤਾ ਪਿਤਾ ਤੇ ਉਹ ਖੁਦ ਸੀ। ਉਹ ਉਸੇ ਗਲੀ ਦੇ ਪਿੱਛੇ ਰਹਿੰਦੇ ਸਨ। ਮਾਂ ਨੂੰ ਰਿਸ਼ਤਾ ਚੰਗਾ ਲੱਗਿਆ ਤਾਂ ਮਾਂ ਨੇ ਉਹਨਾਂ ਤੋਂ ਵਿਆਹ ਲਈ 1 ਸਾਲ ਦਾ ਸਮਾਂ ਮੰਗਿਆ ਤੇ ਮੇਰੀ ਮੰਗਣੀ ਕਰ ਦਿੱਤੀ। ਮੇਰਾ ਮੰਗੇਤਰ ਮੰਗਣੀ ਸਿਰਫ 10 ਮਿੰਟ ਲਈ ਆਇਆ ਸੀ, ਫਿਰ ਕਿਸੇ ਜ਼ਰੂਰੀ ਕੰਮ ਦਾ ਕਹਿ ਕੇ ਚਲਾ ਗਿਆ ਸੀ। ਮੇਰੀ ਨਨਾਣ ਰਾਹੀਂ ਸਾਡੇ ਨੰਬਰ ਵੀ ਇੱਕ ਦੂਜੇ ਕੋਲ ਪਹੁੰਚ ਗਏ ਸਨ, ਪਰ ਮੇਰੇ ਮੰਗੇਤਰ ਨੇ ਮੈਨੂੰ ਖੁਦ ਕਦੇ ਫੋਨ ਨਹੀਂ ਕੀਤਾ। ਸ਼ੁਰੂ 'ਚ ਮੈਨੂੰ ਇਹ ਗੱਲ ਬਹੁਤ ਜ਼ਿਆਦਾ ਮਹਿਸੂਸ ਨਹੀਂ ਹੋਈ ਸੀ, ਪਰ ਹੁਣ ਮੈਨੂੰ ਮੇਰੇ ਮੰਗੇਤਰ ਦਾ ਇਗਨੋਰ ਕਰਨਾ ਬਹੁਤ ਬੁਰਾ ਲੱਗਦਾ ਸੀ, ਪਰ ਮੈਂ ਬਰਦਾਸ਼ਤ ਕਰ ਜਾਂਦੀ। ਹੋਰ ਕਰ ਵੀ ਕੀ ਸਕਦੀ ਸੀ। ਉਹਨਾਂ ਲੋਕਾਂ ਨੂੰ ਦਿੱਤਾ ਗਿਆ ਸਮਾਂ ਪੂਰਾ ਹੋ ਚੁੱਕਾ ਸੀ ਤੇ ਉਹ ਵਿਆਹ ਦੀ ਤਾਰੀਖ ਰੱਖਣ ਆਏ ਸਨ, ਪਰ ਮਾਂ ਨੇ ਕੁਝ ਸਮਾਂ ਹੋਰ ਮੰਗ ਲਿਆ। ਮੇਰੀ ਭੈਣ ਹੁਣ 9ਵੀਂ ਕਲਾਸ ਸੀ ਤੇ 13 ਸਾਲ ਦੀ ਸੀ। ਮੈਂ ਤੇ ਮਾਂ ਉਸ ਦਾ ਬਹੁਤ ਖਿਆਲ ਰੱਖਦੇ ਸੀ, ਉਸ ਦੀ ਹਰ ਇੱਛਾ ਪੂਰੀ ਕਰਦੇ। ਅਸੀਂ ਕਦੇ ਉਸ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਹ ਬਹੁਤ ਲਾਡਲੀ ਸੀ, ਪਰ ਅੱਜ ਮੈਂ ਜੋ ਖਬਰ ਸੁਣੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਪ੍ਰਤੀਕਿਰਿਆ ਦੇਵਾਂ। ਪਤਾ ਨਹੀਂ ਸਾਡੇ ਪਾਲਣ ਪੋਸ਼ਣ 'ਚ ਕਿੱਥੇ ਕਮੀ ਰਹਿ ਗਈ ਸੀ ਕਿ ਉਸਨੇ ਇੰਨਾ ਵੱਡਾ ਕਦਮ ਉਠਾ ਲਿਆ। ਮਾਂ ਨੇ ਮੈਨੂੰ ਦੱਸਿਆ ਕਿ ਹੀਨਾ ਜਦੋਂ ਸਕੂਲੋਂ ਵਾਪਸ ਆਈ ਤਾਂ ਉਸ ਦੀ ਤਬੀਅਤ ਬਹੁਤ ਖਰਾਬ ਸੀ। ਉਸਨੂੰ ਚੱਕਰ ਆ ਰਹੇ ਸਨ ਤੇ ਪੇਟ 'ਚ ਵੀ ਦਰਦ ਸੀ। ਮਾਂ ਉਸਨੂੰ ਲੈ ਕੇ ਹਸਪਤਾਲ ਗਈ। ਉਸਦੀ ਹਾਲਤ ਦੇਖ ਕੇ ਡਾਕਟਰ ਨੂੰ ਕੁਝ ਸ਼ੱਕ ਹੋਇਆ ਤਾਂ ਉਸਨੇ ਕੁਝ ਟੈਸਟ ਕੀਤੇ। ਰਿਪੋਰਟ ਪੋਜ਼ਿਟਿਵ ਨਿਕਲੀ ਤਾਂ ਡਾਕਟਰ ਦਾ ਸ਼ੱਕ ਸੱਚ 'ਚ ਬਦਲ ਗਿਆ। ਉਸਦੀ ਰਿਪੋਰਟ ਦੱਸ ਰਹੀ ਸੀ ਕਿ ਮੇਰੀ 16 ਸਾਲ ਦੀ ਭੈਣ ਮਾਂ ਬਣਨ ਵਾਲੀ ਹੈ। ਮੈਂ ਬਹੁਤ ਮੁਸ਼ਕਲ ਨਾਲ ਖੁਦ ਤੇ ਕਾਬੂ ਪਾਇਆ ਤੇ ਆਪਣੀ ਭੈਣ ਵੱਲ ਗਈ ਤਾਂ ਕਿ ਉਸ ਤੋਂ ਪੁੱਛ ਸਕਾਂ ਕਿ ਉਸਨੇ ਇਹ ਹਰਕਤ ਕਿਉਂ ਕੀਤੀ। ਉਸਨੇ ਆਪਣੇ ਕਿਰਦਾਰ ਤੇ ਇੰਨਾ ਵੱਡਾ ਦਾਗ ਕਿਵੇਂ ਲਾ ਲਿਆ। ਅਜੇ ਮੇਰਾ ਸਵਾਲ ਮੂੰਹ 'ਚ ਹੀ ਸੀ ਜਦੋਂ ਇੱਕਦਮ ਉੱਠੀ ਤੇ ਰੋਂਦੇ ਹੋਏ ਕਹਿਣ ਲੱਗੀ ਕਿ ਮੈਂ ਬੇਕਸੂਰ ਹਾਂ, ਪਾਕ ਦਾਮਨ ਹਾਂ। ਇਹ ਕਹਿੰਦੇ ਹੀ ਉਹ ਭੱਜ ਗਈ ਤੇ ਦੂਜੇ ਕਮਰੇ ਚਲੀ ਗਈ। ਉਸਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਮੈਂ ਮਾਂ ਨੂੰ ਉਠਾਇਆ ਤੇ ਉਹਨਾਂ ਨੂੰ ਕਮਰੇ 'ਚ ਲੈ ਗਈ। ਮਾਂ ਕਿਸੇ ਵੀ ਤਰ੍ਹਾਂ ਨਹੀਂ ਸੰਭਲ ਰਹੀ ਸੀ। ਸਦਮਾ ਬਹੁਤ ਵੱਡਾ ਸੀ। ਮਾਂ ਦੇ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਗਈ ਸੀ। ਪਰ ਮੈਂ ਸਮਝਦਾਰੀ ਤੋਂ ਕੰਮ ਲੈਣਾ ਸੀ ਤੇ ਇਸ ਪਰੇਸ਼ਾਨੀ ਤੋਂ ਨਿਕਲਣ ਲਈ ਕੋਈ ਨਾ ਕੋਈ ਹੱਲ ਕੱਢਣਾ ਸੀ। ਮੈਂ ਕਈ ਵਾਰ ਜਾ ਕੇ ਆਪਣੀ ਭੈਣ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਉਸਨੇ ਦਰਵਾਜ਼ਾ ਨਾ ਖੋਲ੍ਹਿਆ। ਮੈਂ ਉਸ ਤੋਂ ਪੁੱਛਣਾ ਚਾਹੁੰਦੀ ਸੀ ਕਿ ਉਸ ਨਾਲ ਕਿਸੇ ਨੇ ਜ਼ੁਲਮ ਕੀਤਾ ਜਾਂ ਫਿਰ ਉਹ ਖੁਦ ਹੀ, ਪਰ ਇੰਨੀ ਛੋਟੀ ਬੱਚੀ ਕਿਵੇਂ ਅਜਿਹਾ ਕਰ ਸਕਦੀ ਹੈ। ਇਹ ਮੇਰੀ ਸਮਝ ਤੋਂ ਬਾਹਰ ਸੀ। ਥੱਕ ਹਾਰ ਕੇ ਮੈਂ ਆਪਣੇ ਕਮਰੇ 'ਚ ਆ ਗਈ। ਅਗਲੇ ਦਿਨ ਮੇਰੇ ਉੱਠਣ ਤੋਂ ਪਹਿਲਾਂ ਹੀ ਉਹ ਸਕੂਲ ਜਾ ਚੁੱਕੀ ਸੀ। ਮੈਂ ਵੀ ਮਾਂ ਨੂੰ ਰਿਲੈਕਸ ਰਹਿਣ ਲਈ ਕਿਹਾ ਤੇ ਸਕੂਲ ਚਲੀ ਗਈ। ਪੂਰਾ ਦਿਨ ਮੇਰਾ ਦਿਮਾਗ ਖਰਾਬ ਰਿਹਾ। ਬਦਨਾਮੀ ਦਾ ਡਰ ਸਿਰ ਚੜ ਕੇ ਬੋਲ ਰਿਹਾ ਸੀ। ਮੈਂ ਆਪਣੀ ਇੱਕ ਸਹੇਲੀ ਨੂੰ
ਮਸਲਾ ਦੱਸਿਆ ਤਾਂ ਉਸਨੇ ਕਿਹਾ ਕਿ ਅਜੇ ਸ਼ੁਰੂਆਤ ਹੈ, ਤੂੰ ਆਪਣੀ ਭੈਣ ਦਾ ਅਬੋਰਸ਼ਨ ਕਰਵਾ ਦੇ। ਮੈਂ ਘਰ ਜਾ ਕੇ ਮਾਂ ਨਾਲ ਤੇ ਭੈਣ ਨਾਲ ਗੱਲ ਕੀਤੀ, ਪਰ ਮੇਰੀ ਭੈਣ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਉਸਨੂੰ ਨਾ ਤਾਂ ਬਦਨਾਮੀ ਦਾ ਡਰ ਸੀ ਤੇ ਨਾ ਹੀ ਆਪਣੇ ਚਰਿੱਤਰ ਤੇ ਲੱਗੇ ਦਾਗ ਦਾ, ਸਗੋਂ ਉਹ ਬਹੁਤ ਚੈਨ ਨਾਲ ਬੈਠੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪਰ ਮੈਨੂੰ ਚੈਨ ਨਹੀਂ ਸੀ। ਜੇਕਰ ਮੇਰੇ ਸਹੁਰਿਆਂ ਨੂੰ ਇਸ ਦਾ ਪਤਾ ਲੱਗ ਜਾਂਦਾ ਤਾਂ ਉਹ ਰਿਸ਼ਤਾ ਖਤਮ ਕਰਨ ਲਈ ਸੈਕਿੰਡ ਵੀ ਨਾ ਲਾਉਂਦੇ। ਮੈਂ ਕੁਝ ਵੀ ਕਰਕੇ ਇਸ ਝੰਜਟ ਨੂੰ ਖਤਮ ਕਰਨਾ ਚਾਹੁੰਦੀ ਸੀ, ਕਿਉਂਕਿ ਇਹ ਸਾਡੇ ਲਈ ਬਦਨਾਮੀ ਤੋਂ ਬਿਨਾ ਕੁਝ ਨਹੀਂ ਸੀ। ਮਾਂ ਨੇ ਮੇਰੀ ਭੈਣ ਨੂੰ ਸਕੂਲੋਂ ਹਟਾ ਲਿਆ ਤੇ ਹੁਣ ਉਹ ਕਮਰੇ ਦੇ ਵਿੱਚ ਹੀ ਰਹਿੰਦੀ ਸੀ। ਮੈਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਦੇਖ ਲਈ ਕਿ ਉਹ ਕਿਸੇ ਵੀ ਤਰ੍ਹਾਂ ਇਹ ਦਾਗ ਮਿਟਾ ਦੇਵੇ, ਪਰ ਉਹ ਰਾਜ਼ੀ ਨਾ ਹੋਈ। मैं रसोई च खड़ी दुध गर्म कर रही सी। दुध गर्म करके मैं एक गिलास पाया ते अपनी जेब चो एक छोटी जी शीशी कड्डी जिस च एबॉर्शन दी दवाई सी। मैं वो शीशी खोली ते दवाई गिलास च मिलाउण लगी। मेरे हाथ कंब रहे सन कि मैं किसी दी जान लैण जा रही सी, पर ये सब उसदे भले ਲਈ ही ਤਾਂ कर रही सी। मैं अपनी भैन ਨੂੰ इंज अपनी ਅੱਖਾਂ ਦੇ ਸਾਹਮਣੇ उसदी जिंदगी बर्बाद करते हुए नहीं दे सकती सी, क्योंकि अजे वो बच्ची सी ते एक बच्चा किवें संभालती, वो एक नाजायज औलाद। लोग तां उसनूं ताने दे दे के मार देणगे। दुनिया अजिही औरत नूं कित्थे जाण दिंदी है। दवाई गिलास च मिलाउण तो बाद मैं शीशी बंद करके दोबारा जेब च पाई ते दुध दा गिलास अपनी भैन वल लैके जाण लगी। मैं उसदे कमरे च गई तां वो बेड ते पई होई सी। मैं उसनूं जगा के दुध दिता ते कहा कि इसनूं पी लै, हुणे गरम कीता है। ਉਹ ਮੇਰੇ ਹੱਥੋਂ ਦੁੱਧ ਲੈ ਕੇ ਪੀਣ ਲੱਗੀ ਤੇ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ। ਉਹ ਬਹੁਤ ਗੌਰ ਨਾਲ ਮੇਰੇ ਵੱਲ ਵੇਖ ਰਹੀ ਸੀ। ਮੈਨੂੰ ਉਸ ਦੀਆਂ ਨਜ਼ਰਾਂ ਤੋਂ ਡਰ ਲੱਗਣ ਲੱਗਿਆ। ਮੈਂ ਉੱਠ ਕੇ ਆਪਣੇ ਕਮਰੇ 'ਚ ਆ ਗਈ। ਇਸ ਤੋਂ ਬਾਅਦ ਮੈਂ ਰੋਜ਼ ਉਸ ਨੂੰ ਦੁੱਧ ਨਾਲ ਦਵਾਈ ਦੀ ਇੱਕ ਡੋਜ਼ ਦੇਣ ਲੱਗੀ। ਇੱਕ ਹਫ਼ਤੇ ਵਿੱਚ ਹੀ ਉਸ ਦਾ ਨਤੀਜਾ ਮਿਲਣਾ ਸ਼ੁਰੂ ਹੋ ਗਿਆ। ਇੱਕ ਸਵੇਰ ਮੈਂ ਜਲਦੀ ਉੱਠ ਸਕੂਲ ਚਲੀ ਗਈ, ਕਿਉਂਕਿ ਮਾਪੇ ਅਧਿਆਪਕ ਮਿਲਣੀ ਸੀ ਜਿਸ ਦੀ ਤਿਆਰੀ ਕਰਨੀ ਸੀ। मैं अपनी डायरी तैयार नहीं सी की, जिस करके मैं जल्दी चली गई सी। इस गल तो अनजान कि मेरे पीछे घर की होवेगा। उस दिन मापे अध्यापक मिलनी सी तां इसलिए सारे अध्यापकों का फोन बंद करवा दिता गया। असी लगभग सारा दिन बहुत बिजी रहे। 2 बजे तो बाद मीटिंग खत्म हुई तो मैं घर पहुंची। भैन दी चिंता करके रात भी नहीं सो सकी सी, इसलिए नींद नाल मेरा बुरा हाल सी। मैं घर पहुंची तो पूरी तरह सन्नाटा सी। मैनू एकदम चिंता हुई, क्योंकि इस वेले मां ते छोटी भैन दी घर हुंदियां सन ते उन्हां दी आवाज़ बाहर तक आउंदी हुंदी सी। मैनू किसी अनहोनी दा अंदाज़ा हो रहा सी। मैं तेज धड़कदे दिल नाल अंदर गई तां मां नू बुरे हाल च देख के मेरी सारी नींद उठ गई। भज के मां कोल गई तां मां उच्ची उच्ची रोन लगी। जदों मां थोड़ा संभली तां मेरे पुछण ते मां ने मेरे मुंह ते थप्पड़ मारिया ते फिर मां दी अगली गल ने मेरे पैरां हेठों जमीन खिंच ली। मां ने कहा कि तू किहो जेही पत्थर दिल है जिसने अपनी ही भैन दी जान ले ली। मैं हैरानी नाल मां दी गल सुन रही सी। मां मैनू कहन लगी कि तू मेरी बच्ची नू ही मार दिता, मेरी तेरे नाल की दुश्मनी सी। मैं अपनी सफाई च कुछ कहने की कोशिश की, पर मां ने मेरी कोई भी गल ना सुनी। मैं चुपचाप खड़ी मां दे दोष सुनती रही। मां सही तो आख रही सी। मेरी दिती दवाई करके ही मेरी भैन मरी सी, क्योंकि वो खुद भी बच्ची सी ते दवाई नू बर्दाश्त नहीं कर सकी सी ते जिंदगी दी बाजी हार गई। मां ने मैनू मेरी भैन दा मुंह तक ना देखण दिता ते ना ही उसदे कोल जाण दिता। थोड़ी ही देर बाद मेरे सहुरे पहुंच चुके सन। सारिਆਂ ਨੂੰ ਇਹ ਦੱਸਿਆ ਸੀ कि ਦੁੱਧ 'ਚ किरली डिग गई सी ते ਉਹ ਦੁੱਧ ਪੀਣ ਨਾਲ ਉਸਦੀ ਮੌਤ ਹੋ ਗਈ ਸੀ। ਸੱਚਾਈ ਸਿਰਫ ਮੈਨੂੰ ਤੇ ਮੇਰੀ ਮਾਂ ਨੂੰ ਪਤਾ ਸੀ। ਕੁਝ ਚਿਰ ਬਾਅਦ ਉਸ ਨੂੰ ਦਫਨਾਨ ਦੇਣ ਦਾ ਮੈਨੂੰ ਪਤਾ ਲੱਗਿਆ, ਕਿਉਂਕਿ ਮੈਂ ਤਾਂ ਉਸ ਨੂੰ ਦੇਖਿਆ ਵੀ ਨਹੀਂ ਸੀ। खैर जिंदगी फिर पटड़ी ते आ गई। इस दरम्यान मैं मां नू मनाउण दी बहुत कोशिश की। दिन रात मेरी भैन मेरे सुपने च आउंदी सी ते मेरे तो अपनी जान दा हिसाब मंगदी सी। शुरू च मैं अपना वहम समझ के भुल गई, पर हुण मैनू सच सुपने आउण लगे तां मैं फैसला किया कि थोड़े दिनां लई इत्थों दूर चली जांदी हां। इस दे नाल मां भी अपने आप नू थोड़ा सही महसूस करेगी। मैं उन्हां सुपनियां करके एक पल भी नहीं सो सकती सी ते जागन करके मेरी तबीयत खराब हो रही सी। अगले दिन स्कूलों छुट्टियां लैण लई
घर ਨੂੰ ਤਾਲਾ ਲਾ ਚਾਬੀ ਨਾਲ ਵਾਲੇ ਆਂਟੀ ਨੂੰ ਦੇ ਦਿੱਤੀ ਕਿਉਂਕਿ ਮਾਂ ਵੀ ਘਰ ਨਹੀਂ ਸੀ। ਉਹ ਸਵੇਰੇ ਹੀ ਕਿਤੇ ਗਏ ਸਨ। ਸਕੂਲ ਗਈ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਥੋੜੀ ਦੇਰ ਲਈ ਮੇਰੇ ਨਾਲ ਆਓ, ਬੱਚਿਆਂ ਸੰਬੰਧੀ ਕੋਈ ਗੱਲ ਕਰਨੀ ਹੈ। ਇਹ ਸੁਣਦੇ ਹੀ ਪ੍ਰਿੰਸੀਪਲ ਨਾਲ ਉਹਨਾਂ ਦੇ ਕਮਰੇ ਚਲੀ ਗਈ। ਫਿਰ ਉੱਥੇ ਮੈਨੂੰ ਆਪਣੀ ਤਬੀਅਤ ਠੀਕ ਨਾ ਲੱਗੀ ਤਾਂ ਮੈਂ ਖੁਦ ਨੂੰ ਦਿਖਾਉਣ ਲਈ ਹਸਪਤਾਲ ਆ ਗਈ। ਜਦੋਂ ਮੈਂ ਹਸਪਤਾਲ ਪਹੁੰਚੀ ਤਾਂ ਮੈਂ ਦੇਖਿਆ ਕਿ ਉੱਥੇ ਇੱਕ ਬੈੱਡ ਤੇ ਪਈ ਲੜਕੀ ਕੋਈ ਹੋਰ ਨਹੀਂ ਸਗੋਂ ਮੇਰੀ ਭੈਣ ਸੀ ਜੋ ਦਰਦ ਨਾਲ ਤੜਫ ਰਹੀ ਸੀ। ਮੈਂ ਖੁਦ ਨੂੰ ਡਿੱਗਣ ਤੋਂ ਬਚਾਉਣ ਲਈ ਬੈੱਡ ਦਾ ਸਹਾਰਾ ਲਿਆ। ਮੇਰੀ ਮਾਂ ਡਾਕਟਰ ਦੇ ਸਾਹਮਣੇ ਹੱਥ ਜੋੜ ਕੇ ਮੇਰੀ ਭੈਣ ਨੂੰ ਬਚਾਉਣ ਲਈ ਆਖ ਰਹੀ ਸੀ। ਮੈਂ ਪਿੱਛੇ ਸੀ ਇਸ ਲਈ ਉਹ ਮੈਨੂੰ ਨਹੀਂ ਦੇਖ ਸਕੀ। ਖੈਰ ਮਾਂ ਨੂੰ ਲੇਬਰ ਰੂਮ ਚੋਂ ਬਾਹਰ ਕੱਢ ਕੇ ਡਾਕਟਰ ਨੇ ਚੈੱਕਅਪ ਸ਼ੁਰੂ ਕੀਤਾ ਤੇ ਤੁਰੰਤ ਹੀ ਭੈਣ ਨੂੰ ਆਪਰੇਸ਼ਨ ਥੀਏਟਰ 'ਚ ਲੈ ਗਏ। 1 ਘੰਟੇ ਬਾਅਦ ਮੇਰੀ ਭੈਣ ਦੇ ਪੇਟ 'ਚੋਂ ਨਿਕਲਣ ਵਾਲਾ ਮੇਰੇ ਹੱਥ 'ਚ ਹੀ ਸੀ ਤੇ ਉਹ ਕੋਈ ਬੱਚਾ ਨਹੀਂ ਸੀ ਸਗੋਂ ਰਸੋਲੀ ਦਾ ਇੱਕ ਗੁੱਛਾ ਸੀ ਜਿਸ ਨੇ ਮੇਰੀ ਭੈਣ ਦਾ ਪੇਟ ਫੁਲਾ ਕੇ ਵੱਡਾ ਕਰ ਦਿੱਤਾ ਸੀ। ਡਾਕਟਰ ਨੇ ਕਿਹਾ ਕਿ ਇਹ ਬੱਚੀ ਮੇਰੇ ਕੋਲ ਆਈ ਸੀ ਤਦ ਵੀ ਮੈਨੂੰ ਇਸ ਤੇ ਰਸੋਲੀ ਦਾ ਸ਼ੱਕ ਸੀ। ਮੈਂ ਇਸ ਦੇ ਟੈਸਟ ਵੀ ਕੀਤੇ ਸਨ ਤੇ ਇਸ ਦੀ ਰਿਪੋਰਟ ਰੱਖ ਕੇ ਐਮਰਜੈਂਸੀ ਕੇਸ 'ਚ ਚਲੀ ਗਈ। ਵਾਪਸ ਆਈ ਤਾਂ ਇਸ ਦੀ ਮਾਂ ਗਲਤੀ ਨਾਲ ਇਸ ਦੀ ਥਾਂ ਕਿਸੇ ਹੋਰ ਦੀ ਰਿਪੋਰਟ ਲੈ ਗਈ ਤੇ ਗਲਤ ਪ੍ਰੈਗਨੈਂਸੀ ਦੀ ਰਿਪੋਰਟ ਲੈ ਗਈ। ਇਸ ਤੋਂ ਬਾਅਦ ਇਹ ਆਈ, ਕਾਸ਼ ਇਹ ਪਹਿਲਾਂ ਆ ਜਾਂਦੀ ਤਾਂ ਇਸ ਨੂੰ ਅੱਜ ਇੰਨੀ ਤਕਲੀਫ ਬਰਦਾਸ਼ਤ ਨਾ ਕਰਨੀ ਪੈਂਦੀ। ਮੈਂ ਉਹ ਪੈਕੇਟ ਫੜ ਕੇ ਸਿੱਧਾ ਮਾਂ ਕੋਲ ਗਈ। ਮਾਂ ਮੈਨੂੰ ਦੇਖ ਕੇ ਇੱਕਦਮ ਹੈਰਾਨ ਰਹਿ ਗਈ। ਉਹ ਤਾਂ ਮੈਨੂੰ ਘਰ ਛੱਡ ਕੇ ਆਈ ਸੀ, ਉਹਨਾਂ ਨੂੰ ਮੇਰੇ ਇੱਥੇ ਆਉਣ ਦੀ ਉਮੀਦ ਨਹੀਂ ਸੀ। ਮੈਂ ਉਹ ਰਸੋਲੀ ਵਾਲਾ ਪੈਕੇਟ ਮਾਂ ਦੇ ਹੱਥ 'ਚ ਦਿੱਤਾ। ਦੇਖ ਲਓ ਆਪਣੀ ਬੇਟੀ ਦੀ ਹਾਲਤ, ਇਹ ਰਸੋਲੀ ਜਿਸ ਨੂੰ ਤੁਸੀਂ ਬੱਚਾ ਸਮਝ ਕੇ 9 ਮਹੀਨੇ ਤੱਕ ਉਸਦੇ ਪੇਟ 'ਚ ਪਲਦਾ ਰਹਿਣ ਦਿੱਤਾ ਤੇ ਉਸਨੇ ਤੁਹਾਡੀ ਬੇਟੀ ਦੀ ਸਾਰਾ ਪੇਟ ਜ਼ਖਮੀ ਕਰ ਦਿੱਤਾ। ਉਹ ਕਿੰਨੀ ਤਕਲੀਫ 'ਚ ਹੈ। ਮੈਂ ਮਾਂ ਨੂੰ ਕਿਹਾ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਪਰ ਮਾਂ ਕੋਲ ਕਿਸੇ ਸਵਾਲ ਦਾ ਜਵਾਬ ਨਹੀਂ ਸੀ। ਸ਼ਾਇਦ ਉਹਨਾਂ ਨੂੰ ਮੇਰੇ ਤੇ ਸ਼ੱਕ ਸੀ ਕਿ ਮੈਂ ਉਹਨਾਂ ਦੀ ਬੇਟੀ ਨੂੰ ਮਾਰ ਦਿਆਂਗੀ ਤੇ ਖੁਦ ਵੀ ਆਪਣੀ ਬੇਟੀ ਦੀ ਮੌਤ ਦਾ ਡਰਾਮਾ ਕਰਕੇ ਮੈਨੂੰ ਉਸ ਤੋਂ ਦੂਰ ਕਰ ਦਿੱਤਾ। ਤੇ ਇੱਕ ਮੈਂ ਸੀ ਜੋ ਪਿਛਲੇ ਇੰਨੇ ਮਹੀਨਿਆਂ ਤੋਂ ਇਸ ਬੋਝ ਹੇਠ ਸੋ ਨਹੀਂ ਸਕੀ ਸੀ ਕਿ ਮੈਂ ਆਪਣੀ ਭੈਣ ਦੀ ਜਾਨ ਲੈ ਲਈ। ਮੈਂ ਖੁਦ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਹੀ ਸੀ। ਮੈਂ ਮਾਂ ਤੇ ਭੈਣ ਨੂੰ ਉੱਥੇ ਛੱਡ ਕੇ ਉਹਨਾਂ ਨੂੰ ਬਿਨਾਂ ਦੱਸੇ ਦੂਜੇ ਸ਼ਹਿਰ ਆ ਗਈ। ਉਹਨਾਂ ਦੇ ਇਸ ਧੋਖੇ ਨੇ ਮੈਨੂੰ ਤੋੜ ਕੇ ਰੱਖ ਦਿੱਤਾ ਸੀ। ਉਹਨਾਂ ਨੂੰ ਮੇਰੇ ਤੇ ਭਰੋਸਾ ਨਹੀਂ ਸੀ। ਮੈਂ ਤਾਂ ਜੋ ਵੀ ਕਰ ਰਹੀ ਸੀ ਉਹਨਾਂ ਦੇ ਭਲੇ ਲਈ ਕਰ ਰਹੀ ਸੀ। ਉੱਥੇ ਜਾ ਕੇ ਮੈਂ ਇੱਕ ਸਕੂਲ 'ਚ ਅਪਲਾਈ ਕੀਤਾ ਤੇ ਮੇਰੇ ਤਜਰਬੇ ਕਰਕੇ ਉੱਥੇ ਮੈਨੂੰ ਨੌਕਰੀ ਮਿਲ ਗਈ ਤੇ ਇੱਕ ਔਰਤ ਨੇ ਮੈਨੂੰ ਆਪਣੇ ਘਰ ਰਹਿਣ ਲਈ ਆਫਰ ਵੀ ਕੀਤਾ। ਹੁਣ ਮਾਂ ਤੇ ਛੋਟੀ ਭੈਣ ਨੂੰ ਉਹਨਾਂ ਦੇ ਖਾਤੇ 'ਚ ਪੈਸੇ ਭੇਜਦੀ ਰਹਿੰਦੀ ਹਾਂ ਪਰ ਦੁਬਾਰਾ ਕਦੇ ਹਿੰਮਤ ਨਹੀਂ ਹੋਈ ਕਿ ਉਹਨਾਂ ਦੇ ਸਾਹਮਣੇ ਜਾ ਸਕਾਂ ਕਿਉਂਕਿ ਮੈਂ ਅਜਿਹਾ ਸੋਚਦੀ ਹਾਂ ਤਾਂ ਮੈਨੂੰ ਮੇਰੀ ਰਾਤਾਂ ਦੀ ਬੇਚੈਨੀ ਯਾਦ ਆ ਜਾਂਦੀ ਹੈ ਜੋ ਮੈਂ ਆਪਣੀ ਭੈਣ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਸਹੀ ਸੀ। ਧੰਨਵਾਦ।